नमस्कार। खास खबर एक नज़र वेख रहे साढ़े सारे दर्शकों का निघा स्वागत। खास खबर एक नज़र दे विच असीं झात पावांगे अज दीआं सुर्खियां ते। इन्हां सुर्खियां ते चर्चा करन दे लई साडे स्टूडियो दे विच बतौर माहिर मेहमान मौजूद ने सीनियर पत्रकार अते विश्लेषक श्री राजीव भास्कर जी। बहुत बहुत स्वागत है। धन्यवाद जी। पहली सुर्खी दे वाल असीं रुख करदे हां। करनाल दे विच किसानां दा जिहड़ा धरना सी ओह कल खत्म हो गया। दो मंगां ते सहमति जताई गई है। की कहना चाहोगे? करनाल ਦੇ ਵਿੱਚ 28 ਅਗਸਤ ਨੂੰ ਜਿਹੜਾ ਟੋਲ ਪਲਾਜ਼ਾ ਸੀਗੇ ਉਹਦੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਸੀਗੇ, ਪ੍ਰੋਟੈਸਟ ਕਰ ਰਹੇ ਸੀਗੇ। ਉਹਦੇ ਵਿੱਚ ਲਾਠੀ ਚਾਰਜ ਕੀਤਾ ਜਾਂਦਾ ਔਰ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਔਰ ਕਈ ਕਿਸਾਨ ਘਾਇਲ ਹੋ ਜਾਂਦੇ। ਇਸ ਤੋਂ ਜ਼ਿਆਦਾ ਜਿਹੜਾ ਇਹ ਚਰਚਾ ਦਾ ਵਿਸ਼ਾ ਬਣਿਆ ਜਾਂ ਪ੍ਰੋਟੈਸਟ ਦਾ ਵਿਸ਼ਾ ਬਣਿਆ ਉਹ ਇਸ ਕਰਕੇ ਬਣਿਆ ਕਿ ਉਸ ਦਿਨ ਐਸਡੀਐਮ ਜਿਹੜੇ ਉੱਥੇ ਦੇ ਸੀਗੇ ਜੀ ਆਯੂਸ਼ ਸਿਨਹਾ, ਉਹ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਪੁਲਿਸ ਵਾਲਿਆਂ ਨੂੰ ਇੰਸਟਰਕਸ਼ਨ ਦੇ ਰਹੇ ਹੁੰਦੇ ਨੇ ਕਿ ਵੀ ਜੋ ਵੀ ਸਾਹਮਣੇ ਆਇਆ ਉਹਨਾਂ ਦਾ ਸਰ ਫਾੜ ਦਿਓ। ਉਹ ਇੱਕ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਹ ਇੱਕ ਪ੍ਰੋਟੈਸਟ ਦਾ ਪ੍ਰੋਗਰਾਮ ਬਣਿਆ। 3 ਦਿਨ ਪਹਿਲੇ ਕਿਸਾਨਾਂ ਨੇ ਕਰਨਾਲ ਦੇ ਵਿੱਚ ਉਸ ਪ੍ਰੋਟੈਸਟ ਦੇ ਰੂਪ ਵਿੱਚ ਮਹਾ ਪੰਚਾਇਤ ਕੀਤੀ। ਫਿਰ ਉਸ ਮਹਾ ਪੰਚਾਇਤ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਇਹ ਧਰਨਾ ਮਿਨੀ ਸੈਕਟਰੀਏਟ ਦੇ ਸਾਹਮਣੇ ਕੰਟੀਨਿਊ ਰਹੇਗਾ ਜਦ ਤੱਕ ਕਿ ਕਿਸਾਨਾਂ ਦੀ ਮੰਗਾਂ ਕੀ ਸੀਗੀ। ਜਿਹੜਾ ਕਿਸਾਨ ਮਾਰਿਆ ਗਿਆ ਸੀ ਉਹਨੂੰ ਕੰਪਨਸੇਸ਼ਨ ਦੇ ਰੂਪ ਵਿੱਚ ਉਹਦੇ ਘਰ ਦੇ 2 ਜੀਆਂ ਨੂੰ ਨੌਕਰੀਆਂ ਜੀ, ਉਸ ਤੋਂ ਇਲਾਵਾ ਜਿਹੜੇ ਐਸਡੀਐਮ ਨੇ ਸਿਰ ਫੋੜਨ ਦੇ ਆਰਡਰ ਦਿੱਤੇ ਸੀਗੇ ਉਹਨਾਂ ਨੂੰ ਬਰਖਾਸਤ ਕੀਤਾ ਜਾਏ। ਹਾਲਾਂਕਿ ਇਸ ਮੰਗ ਦੇ ਉੱਤੇ ਸਰਕਾਰ ਤੇ ਪ੍ਰਸ਼ਾਸਨ ਨੇ ਇਹ ਜ਼ਰੂਰ ਕਿਹਾ ਹੈ ਕਿ ਜੁਡੀਸ਼ੀਅਲ ਇਨਕੁਆਇਰੀ ਹੋਏਗੀ। 1 ਮਹੀਨੇ ਦੇ ਵਾਸਤੇ ਉਸ ਐਸਡੀਐਮ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਔਰ ਨਾਲ ਦੇ ਨਾਲ ਰਿਟਾਇਰਡ ਹਾਈ ਕੋਰਟ ਦੇ ਜੱਜ ਹੈਗੇ ਨੇ ਉਹ ਉਸ ਇਨਕੁਆਇਰੀ ਕਮਿਸ਼ਨ ਦੇ ਹੈੱਡ ਹੋਣਗੇ ਔਰ ਮਹੀਨੇ ਦੇ ਅੰਦਰ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਹੋਏਗੀ। ਇਸ ਮੁੱਦੇ ਦੇ ਉੱਤੇ ਇਸ ਗੱਲਬਾਤ ਦੇ ਉੱਤੇ ਕਿਸਾਨਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਸੀਗਾ ਉਹ ਖਤਮ ਕਰਤਾ ਹੈ। ਉਹਦੇ ਇੱਕ ਹੋਰ ਕਾਰਨ ਵੀ ਸੀਗਾ ਕਿ ਦਿੱਲੀ ਦੇ ਬਾਰਡਰਾਂ ਤੇ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਉੱਥੇ ਬੜੀ ਸੰਖਿਆ ਕਿਸਾਨਾਂ ਦੀ ਘੱਟ ਹੋ ਰਹੀ ਸੀ। ਇਹ ਵੀ ਕਾਰਨ ਸੀਗਾ ਕਿ ਕਿਸਾਨਾਂ ਨੇ ਕੱਲ ਉਸ ਮੰਗਾਂ ਨੂੰ ਮਨਾ ਕੇ ਦਿੱਲੀ ਵੱਲ ਫਿਰ ਰੁਖ ਕਰ ਲਿਆ। ਤੇ ਚਲੋ ਇੱਕ ਤਰੀਕੇ ਨਾਲ ਕਿਸੇ ਵੀ ਸਮੱਸਿਆ ਦਾ, ਕਿਸੇ ਵੀ ਪ੍ਰੋਬਲਮ ਦਾ, ਕਿਸੇ ਵੀ ਮੰਗਾਂ ਦਾ ਹੱਲ ਹਰਿਆਣਾ ਸਰਕਾਰ ਨੇ ਇੱਕ ਚੰਗੇ ਤਰੀਕੇ ਨਾਲ ਕੀਤਾ ਹੈ ਜਾਂ ਉਹ ਕਿਸਾਨਾਂ ਦੀ ਮੰਗ ਨੂੰ ਮੰਨ ਕੇ ਉਸ ਪ੍ਰੋਟੈਸਟ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੜਾ ਹੀ ਪੋਜ਼ਿਟਿਵ ਸਟੈਪ ਹੈਗਾ। ਬਿਲਕੁਲ। ਅਗਲੀ ਖਬਰ ਵੱਲ ਅਸੀਂ ਰੁਖ ਕਰਦੇ ਹਾਂ। ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ। ਪਿਛਲੇ 5 ਦਿਨਾਂ ਦੇ ਵਿੱਚ ਸਾਡੇ ਸੂਬੇ ਯਾਨੀ ਪੰਜਾਬ ਦੇ ਵਿੱਚ ਕੋਰੋਨਾ ਨਾਲ ਹੋਈ ਮੌਤ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਆંકੜੇ ਕੀ ਕਹਿੰਦੇ ਨੇ? ਦੂਜੀ ਲਹਿਰ ਤੋਂ ਬਾਅਦ ਤੀਜੀ ਲਹਿਰ ਦਾ ਖਤਰਾ ਕਾਫੀ ਟਾਈਮ ਤੋਂ ਬਣਿਆ ਹੋਇਆ ਸੀਗਾ ਔਰ ਗੱਲ ਇਹ ਵੀ ਹੋ ਰਹੀ ਸੀ ਕਿ ਸੈਪਟੈਂਬਰ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਜਿਹੜੀ ਤੀਜੀ ਲਹਿਰ ਦਾ ਇੱਕ ਪੀਕ ਆਏਗਾ ਜੀ। ਸੈਪਟੈਂਬਰ ਦੇ ਤਕਰੀਬਨ ਅਸੀਂ ਅੱਧ ਤੱਕ ਬੈਠੇ ਹੋਏ ਹਾਂ। ਹਜੇ ਤੱਕ ਪੰਜਾਬ ਵਰਗੇ ਸੂਬੇ ਜਾਂ ਬਹੁਤ ਸਾਰੇ ਦੇਸ਼ ਦੇ ਸੂਬੇ ਹੈਗੇ ਆ ਜਿਹਦੇ ਵਿੱਚ ਤੀਜੀ ਲਹਿਰ ਦਾ ਖਤਰਾ ਫਿਲਹਾਲ ਤਾਂ ਨਹੀਂ ਲੱਗਦਾ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਅੱਜ ਵੀ ਪੰਜਾਬ ਦੇ ਵਿੱਚ ਬੀਤੇ 24 ਘੰਟੇ ਦੇ ਵਿੱਚ 39 ਕੇਸ ਆਏ ਨੇ ਔਰ ਪਿਛਲੇ 5 ਦਿਨਾਂ ਦੇ ਵਿੱਚ ਕੋਈ ਵੀ ਮੌਤ ਨਹੀਂ ਹੋਈ। ਭਾਵੇਂ ਕੇਰਲਾ ਦੇ ਵਿੱਚ 20,000 ਤੋਂ ਜ਼ਿਆਦਾ ਕੇਸ ਰੋਜ਼ ਆ ਰਹੇ ਨੇ। ਇਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਰ ਉੱਥੇ ਸਰਕਾਰਾਂ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਮਿਲ ਕੇ ਕਰੋਨਾ ਦੇ ਖਿਲਾਫ ਇੱਕ ਜੰਗ ਉੱਥੇ ਛਿੜੀ ਹੋਈ ਹੈ। ਵੈਕਸੀਨੇਸ਼ਨ ਵੀ ਇੱਕ ਵਾਰ ਲੈਵਲ ਤੇ ਉੱਥੇ ਹੋ ਰਿਹਾ। ਮੈਨੂੰ ਲੱਗਦਾ ਹੈ ਕਿ ਉਸ ਖਤਰੇ ਤੋਂ ਅਸੀਂ ਬਚ ਸਕਦੇ ਹਾਂ ਜੇ ਕੇਰਲਾ ਨੂੰ ਪੂਰੇ ਨੂੰ ਕੰਟੇਨਮੈਂਟ ਜ਼ੋਨ ਦੇ ਰਾਹੀਂ ਟ੍ਰੀਟ ਕਰਕੇ ਤੇ ਉੱਥੋਂ ਤੀਜੀ ਲਹਿਰ ਦੀ ਜਿਹੜੀ ਕਰੋਨਾ ਉਹਨੂੰ ਫੈਲਣ ਤੋਂ ਰੋਕ ਸਕੀਏ। ਜੀ। ਅਗਲੀ ਖਬਰ ਵੀ ਸਾਡੀ ਪੰਜਾਬ ਦੇ ਨਾਲ ਹੀ ਜੁੜੀ ਹੋਈ ਹੈ। ਕੋਟਕਪੂਰਾ ਬਹਿਬਲ ਕਲਾਂ ਗੋਲੀकांड ਜਾਂਚ ਜਿਹੜੀ ਹੈ ਰਾਜੀਵ ਭਾਸਕਰ ਜੀ ਉਹ ਹਜੇ ਵੀ ਕਾਨੂੰਨੀ ਕਾਰਵਾਈਆਂ ਦੇ ਵਿੱਚ ਹੀ ਉਲਝੀ ਨਜ਼ਰ ਆ ਰਹੀ ਹੈ। ਜਾਂਚ ਤੇ ਚਲੋ ਜਿਸ ਪਾਸੇ ਤੁਰ ਰਹੀ ਹੈ ਲੇਕਿਨ ਤੁਸੀਂ ਇਹ ਦੇਖੋ ਕਿ ਪਿਛਲੇ 2-3 ਮਹੀਨੇ ਪਹਿਲੇ ਜਦ ਇਸ ਜਾਂਚ ਨੂੰ ਜਾਂ ਇਸ ਜਾਂਚ ਦੀ ਰਿਪੋਰਟ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਹਾਈ ਕੋਰਟ ਨੇ ਪੂਰੀ ਐਸਆਈਟੀ ਦੀ ਰਿਪੋਰਟ ਨੂੰ ਹੀ ਖਾਰਿਜ ਕਰਤਾ ਔਰ ਇੱਥੇ ਤੱਕ ਕਿ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਸੀਗੇ ਉਹਨਾਂ ਦੇ ਬਾਰੇ 'ਚ ਵੀ ਉਹਨਾਂ ਨੇ ਇੱਕ ਪਰਸਨਲ ਟਿੱਪਣੀ ਜੀ ਵੀ ਕੀਤੀ ਕਿ ਇਸ ਆਫੀਸਰ ਨੇ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਕੀਤੀ ਤੇ ਇਹਨਾਂ ਨੂੰ ਅੱਗੇ ਕੋਈ ਵੀ ਐਸਆਈਟੀ ਬਣਦੀ ਹੈ ਤੇ ਉਹਦੇ ਵਿੱਚ ਸ਼ਾਮਿਲ ਨਾ ਕੀਤੀ ਜਾਏ ਔਰ ਹੋਰ ਵੀ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਵੀ ਨਾ ਸ਼ਾਮਿਲ ਕੀਤੀ ਜਾਏ। ਚਲੋ ਉਸ ਤੋਂ ਬਾਅਦ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਦਾ ਮਨ ਤੇ ਬਣਾਇਆ ਪਰ ਬੜਾ ਲੇਟ ਬਣਾਇਆ। ਇੱਕ ਨਵੀਂ ਐਸਆਈਟੀ ਜ਼ਰੂਰ ਉਹਨਾਂ ਨੇ ਬਣਾਤੀ ਹੈ ਪਰ ਉਸ ਤੋਂ ਪਹਿਲੇ ਜਿਹੜੇ ਸੁਮੇਧ ਸਿੰਘ ਸੈਣੀ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਹੁੰਦੇ ਸੀਗੇ ਉਹਨਾਂ ਦੇ ਖਿਲਾਫ ਕਈ ਕੇਸ ਹੋਏ। ਤੁਹਾਨੂੰ ਯਾਦ ਹੋਏਗਾ ਕੁਝ ਦਿਨ ਪਹਿਲੇ ਉਹ ਜਦ ਰਾਤ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ
ਵਿਜੀਲੈਂਸ ਦੇ ਦਫ਼ਤਰ ਜਾਂਦੇ ਨੇ ਤੇ ਉਹਨਾਂ ਨੂੰ ਜ਼ਬਰਦਸਤੀ ਅਰੈਸਟ ਵੀ ਕਰ ਲਿੱਤਾ ਜਾਂਦਾ ਹੈ। ਅਗਲੇ ਦਿਨ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ, ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਔਰ ਕੱਲ ਪਰਸੋਂ ਜਿਹੜਾ ਫੈਸਲਾ ਆਇਆ ਸੀਗਾ ਉਹਦੇ ਵਿੱਚ, ਉਸ ਫੈਸਲੇ ਦੇ ਵਿੱਚ ਸੈਣੀ ਉਹਨਾਂ ਨੂੰ ਦਸੰਬਰ ਅਗਲੀ 2022 ਤੱਕ, ਯਾਨੀ ਜਦ ਤੱਕ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੋ ਜਾਂਦੀ, ਚੋਣਾਂ ਦਾ ਰਿਜ਼ਲਟ ਨਹੀਂ ਆ ਜਾਂਦਾ, ਤਦ ਤੱਕ ਉਹਨਾਂ ਨੂੰ ਇੱਕ ਬਲੈਂਕਟ ਬੇਲ ਦਿੱਤੀ ਗਈ ਹੈ। ਮੈਨੂੰ ਇਹ ਲੱਗਦਾ ਹੈ ਕਿ ਬੜੇ ਟਾਈਮ ਤੋਂ ਅਸੀਂ ਵੀ ਕੋਰਟ ਨੂੰ ਕਵਰ ਕਰਦੇ ਹਾਂ ਜੀ। ਕੋਰਟ ਦੇ ਵਿੱਚ ਐਦਾਂ ਦਾ ਡਿਸੀਜਨ ਪਹਿਲੇ ਕਦੀ ਵੀ ਨਹੀਂ ਆਇਆ ਕਿ ਇੱਕ ਕੇਸ, ਕਿਉਂਕਿ ਸਰਕਾਰਾਂ ਤੇ ਇਹ ਕਹਿੰਦੀ ਹੈ ਕਿ ਮੈਰਿਟ ਦੇ ਹਿਸਾਬ ਨਾਲ ਹੀ ਕੇਸ ਹੋਇਆ ਹੈ, ਔਰ ਕੋਰਟ ਦੀ ਟਿੱਪਣੀ ਦੇ ਵਿੱਚ ਅਗਰ ਇਹ ਗੱਲ ਕਹੀ ਜਾਂਦੀ ਹੈ ਕਿ ਸਿਆਸੀ ਮਨਸ਼ਾਵਾਂ ਦਾ ਸ਼ੱਕ ਹੈ, ਜਿਹੜਾ, ਕਿਉਂਕਿ ਇਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਪੋਲੀਟੀਕਲ ਵੈਂਡੇਟਾ ਵੀ ਕਹਿ ਦਿੰਦੇ ਆ, ਜੇ ਪੋਲੀਟੀਕਲ ਵੈਂਡੇਟਾ ਦਾ ਸ਼ੱਕ ਹੋਣ ਤੇ 2022 ਦੇ ਤੱਕ ਸੈਣੀ ਸਾਹਿਬ ਨੂੰ ਜਿਹੜਾ ਬਲੈਂਕਟ ਬੇਲ ਮਿਲ ਜਾਂਦੀ ਹੈ, ਇਹ ਆਪਣੇ ਆਪ ਵਿੱਚ ਸਰਕਾਰ ਦੇ ਅਗੇਂਸਟ ਟਿੱਪਣੀ ਹੈ, ਕਿਉਂਕਿ ਸਰਕਾਰ ਜਾਂ ਪੁਲਿਸ ਦਾ ਕੰਮਕਾਜ ਦਾ ਤਰੀਕਾ ਕਿਸੇ ਨਾ ਕਿਸੇ ਜਗ੍ਹਾ ਪੋਲੀਟੀਕਲ ਇਨਫਲੂਐਂਸ ਦੇ ਅੰਡਰ ਕੰਮ ਕਰਦਾ ਹੈ। ਇਹ ਗੱਲ ਜਾਣਦੇ ਸਾਰੇ ਹੈ, ਪਰ ਜਦ ਇਹਨਾਂ ਗੱਲਾਂ ਨੂੰ ਕੋਰਟ ਕਹਿੰਦਾ ਹੈ ਤੇ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ। ਸਰਕਾਰ ਦਾ ਇਸ ਮੁੱਦੇ ਦੇ ਉੱਤੇ ਬਹੁਤਾ ਕੋਈ ਰਿਐਕਸ਼ਨ ਨਾ ਆਣਾ ਕਿ ਉਹ ਸਾਰੇ ਕੇਸਿਸ ਜਿਹੜੇ ਸੈਣੀ ਉਹਨਾਂ ਦੇ ਖਿਲਾਫ ਹੋਏ ਨੇ, ਭਾਵੇਂ ਉਹ ਜਿਹੜਾ ਉਹਨਾਂ ਦੀ ਕਰਪਸ਼ਨ ਦਾ ਵੀ ਕੇਸ ਸੀਗਾ, ਉਸ ਤੋਂ ਇਲਾਵਾ 3-4 ਕੇਸ ਹੋਰ ਵੀ ਚੱਲਦੇ ਨੇ, ਪਰ ਮੁਲਤਾਨੀ ਜਿਹੜੇ ਫਾਰਮਰ IAS ਆਫੀਸਰ ਸੀਗੇ ਉਹਨਾਂ ਦੇ ਮਰਡਰ ਦਾ ਜਿਹੜਾ ਕੇਸ ਸੀ ਉਹਦੇ ਵਿੱਚ ਇਹ ਬਲੈਂਕਟ ਬੇਲ ਨਹੀਂ ਹੈ। ਬਾਕੀ ਸਾਰੇ ਕੇਸ ਹੁਣ ਤੱਕ ਜਿਹੜੇ ਉਹਨਾਂ ਦੇ ਖਿਲਾਫ ਚੱਲ ਰਹੇ ਨੇ, ਜਾਂ ਅੱਗੇ ਚੱਲ ਕੇ ਵੀ ਸਰਕਾਰ ਜਾਂ ਵਿਜੀਲੈਂਸ ਡਿਪਾਰਟਮੈਂਟ ਕੋਈ ਕੇਸ ਉਹਨਾਂ ਦੇ ਉੱਤੇ ਕਰਦਾ ਹੈ, ਉਹਦੇ ਅਗੇਂਸਟ ਵੀ ਉਹਨਾਂ ਨੂੰ ਬਲੈਂਕਟ ਬੇਲ ਮਿਲ ਚੁੱਕੀ ਹੈ। ਲੇਕਿਨ ਇਸ ਬੇਲ ਦੇ ਮਿਲਣ ਤੋਂ ਬਾਅਦ ਸਰਕਾਰ ਦਾ ਕੋਈ ਰਿਐਕਸ਼ਨ ਨਾ ਆਉਣਾ ਔਰ ਸਰਕਾਰ ਦੇ ਉੱਤੇ ਹਾਈ ਕੋਰਟ ਦੀ ਟਿੱਪਣੀ ਕਰਨਾ, ਇਹ ਆਪਣੇ ਆਪ ਵਿੱਚ ਸਰਕਾਰ ਵਾਸਤੇ ਇੱਕ ਸੀਰੀਅਸ ਗੱਲ ਹੈਗੀ ਹੈ ਔਰ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜੀ। ਅਗਲੀ ਖਬਰ ਜਿਹੜੀ ਹੈ ਉਹ ਸਾਡੀ ਮੌਸਮ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਕੱਲ੍ਹ ਤੋਂ ਕਾਫੀ ਭਾਰੀ ਵਰਖਾ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਤੇ ਖਾਸ ਤੌਰ ਤੇ ਦਿੱਲੀ ਜਿਹੜਾ ਹੈ ਉਹ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ। ਭਾਸਕਰ ਜੀ, ਰਿਕਾਰਡ ਤੋੜ ਵਰਸ਼ਾ ਹੋਈ ਹੈ ਉਹਦੇ ਵਿੱਚ। ਉਹ ਕਹਿੰਦੇ ਕਿ ਛੱਪਰ ਫਾੜ ਕੇ, ਯਾਨੀ ਛੱਪਰ ਫਾੜ ਕੇ ਬਾਰਿਸ਼ ਹੋਈ ਦਿੱਲੀ ਦੇ ਵਿੱਚ ਵੀ, ਬੰਬੇ ਦੇ ਵਿੱਚ ਤੇ ਅਕਸਰ ਅਸੀਂ ਜਦ ਵੀ ਮੌਨਸੂਨ ਸ਼ੁਰੂ ਹੁੰਦਾ ਹੈ ਔਰ ਜਦ ਖਤਮ ਹੁੰਦਾ ਹੈ ਉਸ ਤੋਂ ਪਹਿਲੇ ਕਈ ਵਾਰ ਇੱਦਾਂ ਦੇ ਸੀਨ ਅਸੀਂ ਦੇਖਦੇ ਹਾਂ ਕਿ ਪੂਰੀ ਮੁੰਬਈ ਜਲਮਗਨ ਹੋ ਗਈ। ਦਿੱਲੀ ਦੇ ਵਿੱਚ 77 ਸਾਲ ਦਾ ਰਿਕਾਰਡ ਤੋੜਦੇ ਹੋਏ ਕੱਲ ਜਿੰਨੀ ਕੁ ਬਾਰਿਸ਼ ਹੋਈ ਹੈ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਬੱਸ ਅੱਡੇ ਤੇ ਡੁੱਬਦੇ ਨਜ਼ਰ ਆਉਂਦੇ ਸੀ, ਏਅਰਪੋਰਟ ਤੱਕ ਡੁੱਬੇ, ਇਹ ਆਪਣੇ ਆਪ ਵਿੱਚ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਹੈ, ਜਿਹੜੀ ਕਾਰਪੋਰੇਸ਼ਨਸ ਹੁੰਦੀਆਂ ਜਿਨ੍ਹਾਂ ਦਾ ਕੰਮ ਹੈਗਾ ਕਿ ਜਿਸ ਤਰ੍ਹਾਂ ਵੀ ਪਾਣੀ ਅਗਰ ਜਮ੍ਹਾਂ ਹੁੰਦਾ, ਜਲ ਭਰਾਵ ਹੁੰਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਖਾਲੀ ਕਰਨਾ ਹੈ, ਉਹਨਾਂ ਦੀ ਜ਼ਿੰਮੇਵਾਰੀਆਂ ਦੇ ਪ੍ਰਤੀ ਜਿਹੜੀ ਉਹਨਾਂ ਦਾ ਨਾ ਰੁਕਤਾਪਨ ਹੈਗਾ ਉਹ ਦਰਸਾਉਂਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਦਾਂ ਦੇ ਸੀਨ ਜਦ ਅਖਬਾਰਾਂ ਦੀ ਸੁਰਖੀਆਂ ਬਣਦੇ ਨੇ ਜਾਂ ਅਖਬਾਰਾਂ ਦੇ ਵਿੱਚ ਛਪਦੇ ਨੇ ਤੇ ਕਿਸੇ ਨਾ ਕਿਸੇ ਜਗ੍ਹਾ ਸਰਕਾਰਾਂ ਦੀ ਪੋਲ ਤੇ ਖੁੱਲ੍ਹਦੀ ਹੈ ਔਰ ਜ਼ਰੂਰ ਇਸ ਤਰ੍ਹਾਂ ਦੇ ਅਰੇਂਜਮੈਂਟ ਕਰਨੇ ਚਾਹੀਦੇ ਹੈ ਕਿ ਇਸ ਤਰ੍ਹਾਂ ਦੀ ਤਸਵੀਰਾਂ ਅਖਬਾਰਾਂ ਦੇ ਵਿੱਚ ਨਾ ਛਪੇ ਜੀ। ਹੁਣ ਅਸੀਂ ਗੁਜਰਾਤ ਵੱਲ ਰੁਖ ਕਰਦੇ ਹਾਂ, ਜਿੱਥੇ ਉੱਥੇ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੱਲੋਂ ਅਚਾਨਕ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਗਿਆ। ਇਹ ਪੂਰੇ ਸਿਆਸੀ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਖੈਰ, ਅਚਾਨਕ ਤੇ ਅਖਬਾਰ ਦੀ ਸੁਰਖੀਆਂ ਤੋਂ ਲੱਗਦਾ ਹੈ ਕਿ ਅਚਾਨਕ ਹੈਗਾ, ਪਰ ਇਹ ਪਿਛਲੇ 15 ਦਿਨਾਂ ਤੋਂ ਇਹ ਕਵਾਇਦ ਚੱਲ ਰਹੀ ਸੀਗੀ। ਉਸ ਤੋਂ ਪਹਿਲੇ 2 ਸਾਲ ਪਹਿਲੇ ਜਦ ਵਿਜੇ ਰੂਪਾਨੀ ਉਹਨਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਨਵਾਜ਼ਿਆ ਗਿਆ ਸੀਗਾ, ਤਦ ਵੀ ਉਹਨਾਂ ਨੂੰ ਆਨੰਦੀਬੇਨ ਪਟੇਲ ਉਹਨਾਂ ਨੂੰ ਚੇਂਜ ਕਰਕੇ ਉਹਨਾਂ ਨੂੰ ਬਣਾਇਆ ਗਿਆ ਸੀ। ਪਰ ਜਿਹੜੇ ਸਰਵੇ ਇੰਟਰਨਲ ਬੀਜੇਪੀ ਕਰਾਂਦੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਨਜ਼ਰ ਆ ਰਿਹਾ ਸੀਗਾ ਕਿ ਦਸੰਬਰ 2022 ਦੇ ਵਿੱਚ ਉੱਥੇ ਚੋਣਾਂ ਡਿਊ ਹੈ ਤੇ ਉਸ ਤੋਂ ਉਹਦੇ ਵਿੱਚ ਜਿਹੜੀ ਸੀਟਾਂ ਆਉਂਦੀ ਨਜ਼ਰ ਆ ਰਹੀ ਸੀ। ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਕਿ ਭਾਜਪਾ ਭਾਵੇਂ 150 ਸੀਟਾਂ ਦਾ ਦਾਅਵਾ ਕਰਦੀ ਸੀਗੀ, ਪਰ 99 ਸੀਟਾਂ ਤੇ ਆ ਕੇ ਉਹ ਆਪਣਾ ਸੈਂਕੜਾ ਵੀ ਪੂਰਾ ਨਹੀਂ ਕਰ ਸਕੀ। ਔਰ ਜਿਹੜੇ ਇੰਟਰਨਲ ਸਰਵੇ ਜਿਹੜੇ ਅਖਬਾਰਾਂ ਦੇ ਵਿੱਚ ਵੀ ਛਪੇ ਨੇ ਉਹ ਇਹ ਕਹਿੰਦੇ ਸੀਗੇ ਕਿ 99 ਦਾ ਆંકੜਾ ਵੀ ਟੱਚ ਕਰਨਾ ਜੇ ਵਿਜੇ ਰੂਪਾਨੀ ਮੁੱਖ ਮੰਤਰੀ ਰਹਿੰਦੇ ਨੇ ਤੇ ਮੁਸ਼ਕਿਲ ਹੋ ਜਾਏਗਾ। ਚਲੋ, ਉਹ ਇੱਕ ਘੁੜਸਵਾਰ ਜਾਂ ਉਹ ਚੇਂਜ ਕਰਨ ਦੀ ਗੱਲ ਤੇ ਜਿੱਤੀ। ਬੀਜੇਪੀ ਨੇ ਪਹਿਲੀ ਵਾਰ ਇਹ ਨਹੀਂ ਕੀਤਾ। ਪਹਿਲੇ ਤੁਸੀਂ ਦੇਖਿਆ ਹੋਏਗਾ ਕਿ ਉੱਤਰਾਖੰਡ ਦੇ ਵਿੱਚ ਵੀ 2 ਮਹੀਨੇ ਦੇ ਅੰਦਰ 2 CM ਚੇਂਜ ਕਰਤੇ। ਉਸ ਤੋਂ ਪਹਿਲੇ ਕਰਨਾਟਕਾ, ਉਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਵੀ ਯੇਦੂਰੱਪਾ ਉਹਨਾਂ ਨੂੰ ਚੇਂਜ ਕਰਕੇ ਨਵੇਂ ਮੁੱਖ ਮੰਤਰੀ ਨੂੰ ਨਵਾਜ਼ਿਆ ਗਿਆ। ਚਲੋ, ਇਸ ਤਰ੍ਹਾਂ ਦੇ ਐਕਸਪੀਰੀਅੰਸ ਪੋਲੀਟੀਕਲ ਪਾਰਟੀਆਂ ਕਰਦੀ ਰਹਿੰਦੀ ਹੈ ਔਰ ਮੇਨ ਟੀਚਾ ਹੁੰਦਾ ਹੈ ਕਿ ਉਸ ਸੂਬੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲਦੇ ਰਹਿਣ ਔਰ ਜਿਹਦੇ ਕਰਕੇ ਜਦ ਚੋਣਾਂ ਦਾ ਸਾਹਮਣਾ ਕਰਨਾ ਪਏ ਤੇ ਉੱਥੇ ਪਾਰਟੀ ਦੀ ਛਵੀ ਠੀਕ ਰਹੇ, ਅੱਛੀ ਰਹੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤੀ ਜਾ ਸਕੇ ਜੀ। ਅਗਲੀ ਸੁਰਖੀ ਸਾਡੀ ਤਾਲਿਬਾਨ ਦੇ ਨਾਲ ਸੰਬੰਧਿਤ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਅਫਗਾਨਿਸਤਾਨ ਤੇ ਤਾਲਿਬਾਨ ਦਾ ਜਿਹੜਾ ਰੁਖ ਹੈ ਉਸ ਨੂੰ ਲੈ ਕੇ ਜਿਹੜੀ ਸਥਿਤੀ ਹੈ ਬਣੀ ਹੋਈ, ਉਸ ਤੇ ਚਰਚਾ ਕੀਤੀ ਗਈ। ਇਹ ਬਹੁਤ ਅਹਿਮ ਚਰਚਾ ਮੰਨੀ ਜਾ ਸਕਦੀ ਹੈ। ਦੇਖੋ, ਤਾਲਿਬਾਨ ਦੇ ਪ੍ਰਤੀ ਭਾਰਤ ਦਾ ਰੁਖ
ਹਮੇਸ਼ਾ ਤੋਂ ਇੱਕੋ ਹੀ ਰਿਹਾ ਹੈ। ਜੀ ਤਾਲਿਬਾਨ ਦੀ ਐਕਟੀਵਿਟੀਜ਼ ਨੂੰ, ਤਾਲਿਬਾਨ ਦੇ ਕੰਟਰੋਲ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਨੇ ਉਹਨੂੰ ਚੰਗਾ ਨਹੀਂ ਮੰਨਿਆ। ਆਸਟ੍ਰੇਲੀਆ ਵੀ ਇੱਕ ਇਸ ਤਰ੍ਹਾਂ ਦੀ ਕੰਟਰੀ ਹੈ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਪੁਰਜ਼ੋਰ ਤਰੀਕੇ ਨਾਲ ਤਾਲਿਬਾਨ ਰੂਲ ਦਾ ਵਿਰੋਧ ਕੀਤਾ। ਜੀ ਕੱਲ ਭਾਰਤ ਦੇ 2 ਮੰਤਰੀਆਂ ਦੀ, ਖਾਸ ਕਰਕੇ ਜਿਹੜੇ ਫੋਰਨ ਮਿਨਿਸਟਰ ਨੇ ਔਰ ਸਾਡੇ ਡਿਫੈਂਸ ਮਿਨਿਸਟਰ ਨੇ, ਉਹਨਾਂ ਨੇ ਆਸਟ੍ਰੇਲੀਆ ਦੇ ਡਿਫੈਂਸ ਮਿਨਿਸਟਰ ਤੇ ਐਕਸਟਰਨਲ ਅਫੇਅਰ ਮਿਨਿਸਟਰ ਨਾਲ ਗੱਲ ਕੀਤੀ। ਉਸ ਗੱਲ ਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋਈ ਕਿ ਦੋਨੋਂ ਦੇਸ਼ ਮਿਲ ਕੇ ਅੱਤਵਾਦ ਦੇ ਖਿਲਾਫ ਕੰਮ ਕਰਨਗੇ। ਤਾਲਿਬਾਨ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਨੂੰ ਨਾ ਕੇਵਲ ਕ੍ਰਿਟੀਸਾਈਜ਼ ਕਰਨਗੇ, ਬਲਕਿ ਤਾਲਿਬਾਨ ਨੂੰ ਇਹ ਕਿਹਾ ਵੀ ਜਾਏਗਾ ਕਿ ਉਸ ਅਫਗਾਨਿਸਤਾਨ ਦੀ ਧਰਤੀ ਨੂੰ ਅੱਤਵਾਦ ਨੂੰ ਬੜਾਵਾ ਦੇਣ ਵਾਸਤੇ ਇਸਤੇਮਾਲ ਨਹੀਂ ਹੋਣਾ ਦੇਣਾ ਚਾਹੀਦਾ। ਉਹਦੇ ਵਾਸਤੇ ਇੱਕ ਜੁਆਇੰਟ ਰਣਨੀਤੀ ਵੀ ਬਣਾਈ ਜਾਏਗੀ। ਇਹ ਆਪਣੇ ਆਪ ਵਿੱਚ ਬਹੁਤ ਸਾਰੇ ਦੇਸ਼ਾਂ ਦਾ ਤਾਲਿਬਾਨ ਦੇ ਖਿਲਾਫ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੰਕੇਤ ਵੀ ਹੈਗਾ। ਇਕੱਠੇ ਹੋਏ ਵੀ ਹੈ, ਪਿੱਛੇ ਵੀ ਦੇਖਿਆ ਹੋਵੇਗਾ, ਭਾਵੇਂ 98 ਕੰਟਰੀਜ਼ ਨੇ ਤਾਲਿਬਾਨ ਨੂੰ ਪ੍ਰਵਾਨ ਕਰਨ ਦੀ ਇੱਕ ਗੱਲ ਤੇ ਕੀਤੀ ਸੀਗੀ, ਪਰ ਕਿਸੇ ਨਾ ਕਿਸੇ ਜਗ੍ਹਾ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਤਾਲਿਬਾਨ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਦੇ ਆਮ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਔਰ ਜਿਸ ਤਰੀਕੇ ਨਾਲ ਉੱਥੇ ਇੱਕ ਅਨਸਟੇਬਿਲਿਟੀ ਜੀ ਆ ਗਈ ਹੈ, ਇਹ ਵਿਸ਼ਵ ਵਾਸਤੇ ਤਾਂ ਖਤਰਾ ਹੈ ਹੀ ਹੈ, ਪਰ ਸਾਡੇ ਰੀਜਨ ਵਾਸਤੇ ਇਹ ਖਤਰਾ ਬਹੁਤ ਜ਼ਿਆਦਾ ਹੈਗਾ। ਕਿਉਂਕਿ ਜਦ ਵੀ ਅਸੀਂ ਜਿਹੜੇ ਸਾਡੇ ਬਿਜ਼ਨਸ ਰੂਟ ਵੀ ਹੈਗੇ ਨੇ ਭਾਰਤ ਦੇ, ਉਹ ਵੀ ਅਗਰ ਈਰਾਨ ਤੱਕ ਜਾਂ ਰਸ਼ੀਆ ਤੱਕ ਵੀ ਜਾਂਦੇ ਨੇ ਤਾਂ ਅਗਰ ਇਸ ਰੂਟ ਤੋਂ ਹੀ ਜਾਂਦੇ ਨੇ, ਇਹਦਾ ਸਮਾਧਾਨ ਤੇ ਲੱਭਣਾ ਹੀ ਪਏਗਾ। ਔਰ ਸਾਰੀ ਪਾਰਟੀਆਂ, ਸਾਰੀ ਸਰਕਾਰਾਂ ਜੇ ਮਿਲ ਜੁਲ ਕਰ ਤਾਲਿਬਾਨ ਦੇ ਖਿਲਾਫ ਇੱਕ ਸਟ੍ਰੈਟਜੀ ਬਣਾਉਂਦੇ ਆ ਤਾਂ ਕਾਮਯਾਬੀ ਹੋ ਸਕਦੀ ਹੈ। ਜੀ ਭਾਸਕਰ ਜੀ, ਇਹ 20 ਸਾਲਾਂ ਬਾਅਦ ਉੱਥੇ ਇੱਕ ਸਹੁੰ ਚੁੱਕ ਸਮਾਰੋਹ ਹੋਣਾ ਸੀ ਤਾਲਿਬਾਨ ਵੱਲੋਂ, ਜਿਸ ਨੂੰ ਕਿ ਜਿਹੜਾ ਸੀ ਹੋਇਆ ਨਹੀਂ, ਤੇ ਉਸ ਦੇ ਪਿੱਛੇ ਕਈ ਚੀਜ਼ਾਂ ਕਹੀਆਂ ਜਾ ਰਹੀਆਂ ਨੇ। ਉਸ ਸਹੁੰ ਚੁੱਕ ਸਮਾਰੋਹ ਦਾ ਨਾ ਹੋਣਾ ਉਹ ਆਪਣੇ ਆਪ ਵਿੱਚ ਇਸ ਗੱਲ ਤੋਂ ਵੀ ਦਰਸਾਉਂਦਾ ਕਿ ਉੱਥੇ ਦੇ ਜਿਹੜੇ ਗ੍ਰਹਿ ਮੰਤਰੀ ਬਣਾਏ ਗਏ ਨੇ ਜੀ, ਉਹਨਾਂ ਦੇ ਉੱਤੇ ਅਮਰੀਕਾ ਨੇ ਇਨਾਮ ਰੱਖਿਆ ਹੈ। ਔਰ ਇਨਾਮ ਵੀ ਥੋੜਾ ਮੋੜਾ ਨਹੀਂ, ਮੇਰੇ ਖਿਆਲ $50 ਲੱਖ ਤੋਂ ਵੀ ਵੱਧ ਦਾ ਇਨਾਮ ਉਹਨਾਂ ਦੇ ਸਿਰ ਤੇ ਰੱਖਿਆ ਹੋਇਆ, ਜਿਹੜਾ ਤਾਲਿਬਾਨ ਦਾ ਹੁਣ ਗ੍ਰਹਿ ਮੰਤਰੀ ਬਣਨ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਚੋਣ ਜਿਹੜਾ ਸੋਚਕ ਸਮਾਗਮ ਦਾ ਨਾ ਹੋਣਾ, ਇਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਵੀ ਤਾਲਿਬਾਨ ਨੂੰ ਵੀ ਮੁਸ਼ਕਲਾਂ ਆਉਣ ਵਾਲੀਆਂ। ਇੰਨਾ ਸੌਖਾ ਨਹੀਂ ਹੈਗਾ। ਅਮਰੀਕਾ ਦੀ ਫੌਜਾਂ ਦੇ ਉੱਥੋਂ ਜਾਣ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਕੁਛ ਤੇ ਚੈਕਸ ਐਂਡ ਬੈਲੈਂਸ ਹੈਗੇ ਨੇ ਜਿਹਦੇ ਅੰਤਰਗਤ ਇਹ ਕਾਰਵਾਈ ਚੱਲ ਰਹੀ ਹੈ। ਜੀ, ਔਰ ਇਸ ਤੇ ਚੱਲਦੇ ਯੂਨਾਈਟਿਡ ਨੇਸ਼ਨ ਦੇ ਜਨਰਲ ਸੈਕਟਰੀ ਦਾ ਇਹ ਬਿਆਨ ਆਣਾ ਕਿ ਤਾਲਿਬਾਨ ਦੇ ਆਉਣ ਦੇ ਨਾਲ ਕਮਾਂਤਰੀ ਜਿਹੜਾ ਅੱਤਵਾਦ ਹੈ ਉਹ ਵੱਧ ਸਕਦਾ ਹੈ, ਇੱਕ ਵੱਡਾ ਕਮੈਂਟ ਹੈ। ਬਿਲਕੁਲ, ਅੱਤਵਾਦ ਤਾਲਿਬਾਨ ਦੇ ਅਫਗਾਨਿਸਤਾਨ ਦੇ ਉੱਤੇ ਕੰਟਰੋਲ ਆਉਣ ਤੋਂ ਬਾਅਦ ਵੱਧ ਸਕਦਾ ਹੈ। ਹਾਲ ਹੀ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਇਹ ਵੀ ਗੱਲ ਕੀਤੀ ਸੀ ਵੀ ਕਸ਼ਮੀਰ ਦੇ ਵਿੱਚ ਵੀ ਉਹ ਆਪਣੇ ਮੁਸਲਮਾਨ ਭਰਾਵਾਂ ਦਾ ਸਾਥ ਦੇਣਗੇ। ਜਦ ਇਸ ਤਰੀਕੇ ਦੀ ਧਾਰਮਿਕ ਰਾਜਨੀਤੀ ਨੂੰ ਕੋਈ ਕੌਮਾਂਤਰੀ ਦੇਸ਼ ਜਾਂ ਕੌਮਾਂਤਰੀ ਪੱਧਰ ਤੇ ਕੋਈ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ, ਇਹ ਆਪਣੇ ਆਪ ਵਿੱਚ ਹੀ ਪੂਰੀ ਦੁਨੀਆ ਵਾਸਤੇ ਖਤਰਾ ਬਣ ਸਕਦਾ ਹੈ। ਭਾਸਕਰ ਜੀ, ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ। ਨਮਸਕਾਰ।